ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਖਬਰਾਂ ਦੇ ਬੁਲੇਟਿਨ ਦੇ ਵਿੱਚ ਸਵਾਗਤ। ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਅਮਰੀਕੀ ਕਾਂਗਰਸ ਨੇ ਭਾਰਤੀ ਹਵਾਈ ਸੈਨਾ ਲਈ ਸਾਂਝੇ ਤੌਰ ਤੇ ਜੈਟ ਇੰਜਨ ਤਿਆਰ ਕਰਨ ਲਈ ਇਤਿਹਾਸਿਕ ਸੌਦੇ ਨੂੰ ਮਨਜ਼ੂਰੀ ਦਿੱਤੀ। ਜੋ ਬਾਈਡਨ ਅਮਰੀਕਾ ਨੂੰ ਤੀਜੇ ਵਿਸ਼ਵ ਯੁੱਧ ਵੱਲ ਲੈ ਜਾਵੇਗਾ। ਅਮਰੀਕਾ ਫਲੋਰੀਡਾ ਦੇ ਤੱਟ ਨਾਲ ਟਕਰਾਇਆ ਤੂਫਾਨ ਇਡਾਲੀਆ, ਨਦੀ ਵਿੱਚ ਤਬਦੀਲ ਹੋਈਆਂ ਸੜਕਾਂ। ਪੰਜਾਬੀਆਂ ਨੂੰ ਝਟਕਾ, ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦਾ ਸਟੱਡੀ ਵੀਜ਼ਾ ਸੀਮਿਤ ਕਰਨ ਦੀ ਤਿਆਰੀ ਵਿੱਚ ਟਰੂਡੋ ਸਰਕਾਰ। ਸਾਲ 2022-23 ਵਿੱਚ 15,000 ਤੋਂ ਵੱਧ ਭਾਰਤੀ ਤਕਨੀਕੀ ਮਾਹਰਾਂ ਨੇ ਕੈਨੇਡਾ ਨੂੰ ਦਿੱਤੀ ਪਹਿਲ। ਅਮਰੀਕੀ ਟੈਲੀਫੋਨ ਪ੍ਰੋਵਾਈਡਰਸ ਬੀਮਾ ਕੰਪਨੀ ਨਾਲ ਭਾਰਤੀ ਨਾਗਰਿਕ ਨੇ ਕੀਤੀ ਧੋਖਾਧੜੀ। 3 ਜਨਵਰੀ ਨੂੰ ਹੋਵੇਗਾ ਸਜ਼ਾ ਦਾ ਫੈਸਲਾ। ਅਮਰੀਕੀ ਰੈਪਰ ਐਮਿਨਮ ਨੇ ਆਪਣੇ ਸੰਗੀਤ ਦੀ ਵਰਤੋਂ ਕਰਨ ਤੇ ਵਿਵੇਕ ਰਾਮਾਸਵਾਮੀ ਤੇ ਜਤਾਇਆ ਇਤਰਾਜ਼। ਚੰਦਰਯਾਨ 3 ਦੇ ਰੋਵਰ ਨੇ ਲੈਂਡਰ ਦੀ ਭੇਜੀ ਪਹਿਲੀ ਫੋਟੋ। ਪ੍ਰਗਿਆਨ ਦੇ ਨੈਵਕੈਮ ਕੈਮਰਿਆਂ ਨੇ ਲਈ ਤਸਵੀਰ। ਪੰਜਾਬ ਸਰਕਾਰ ਨੇ ਪੰਚਾਇਤਾਂ ਭੰਗ ਕਰਨ ਦਾ ਫੈਸਲਾ ਵਾਪਸ ਲਿਆ। ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਹੋਰ ਬਹੁਤ ਸਾਰੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ। GE ਏਰੋਸਪੇਸ ਅਤੇ HAL ਨੇ ਅੰਡਰ ਡਿਵੈਲਪਮੈਂਟ ਲਾਈਟ ਕੰਬੈਟ 에ਅਰਕ੍ਰਾਫਟ LCA Mk2 ਲਈ ਭਾਰਤ ਵਿੱਚ F414 ਜੈਟ ਇੰਜਨਾਂ ਦੇ ਉਤਪਾਦਨ ਲਈ ਇੱਕ ਸਮਝੌਤੇ ਤੇ ਹਸਤਾਖਰ ਕੀਤੇ ਸਨ। ਰਿਪੋਰਟਾਂ ਦੇ ਅਨੁਸਾਰ ਸੰਯੁਕਤ ਰਾਜ US ਕਾਂਗਰਸ ਨੇ ਅਗਲੇ ਮਹੀਨੇ G20 ਸੰਮੇਲਨ ਲਈ ਰਾਸ਼ਟਰਪਤੀ ਜੋ ਬਾਈਡਨ ਦੀ ਨਵੀਂ ਦਿੱਲੀ ਯਾਤਰਾ ਤੋਂ ਪਹਿਲਾਂ ਭਾਰਤ ਨਾਲ GE ਜੈਟ ਸੌਦੇ ਨੂੰ ਅੱਗੇ ਵਧਾਉਣ ਦਾ ਰਸਤਾ ਸਾਫ਼ ਕਰ ਦਿੱਤਾ ਹੈ। ਰਿਪੋਰਟਾਂ ਵਿੱਚ ਕਿਹਾ ਗਿਆ ਕਿ ਜੋ ਬਾਈਡਨ ਪ੍ਰਸ਼ਾਸਨ ਦੇ ਫੈਸਲੇ ਤੇ ਕਾਂਗਰਸ ਦੀ ਕੋਈ ਇਤਰਾਜ਼ ਨਹੀਂ ਹੈ। ਉਸ ਨੇ ਹਿੰਦੁਸਤਾਨ ਏਰੋਨੌਟਿਕਸ ਲਿਮਿਟਿਡ HAL ਨਾਲ ਕੰਪਨੀ ਦੇ ਸਮਝੌਤੇ ਨੂੰ ਲਾਗੂ ਕਰਨ ਦਾ ਰਾਹ ਪੱਧਰਾ ਕਰ ਦਿੱਤਾ ਹੈ, ਜਿਸ ਵਿੱਚ ਭਾਰਤ ਵਿੱਚ ਜੈਟ ਇੰਜਨਾਂ ਦਾ ਨਿਰਮਾਣ, ਟੈਕਨੋਲੋਜੀ ਟ੍ਰਾਂਸਫਰ ਅਤੇ ਲਾਇਸੈਂਸ ਪ੍ਰਬੰਧ ਸ਼ਾਮਿਲ ਨੇ। GE ਏਰੋਸਪੇਸ ਅਤੇ HAL ਨੇ ਅੰਡਰ ਡਿਵੈਲਪਮੈਂਟ ਲਾਈਟ ਕੰਬੈਟ 에ਅਰਕ੍ਰਾਫਟ LCA Mk2 ਲਈ ਭਾਰਤ ਵਿੱਚ F414 ਜੈਟ ਇੰਜਨਾਂ ਦੇ ਉਤਪਾਦਨ ਲਈ ਇੱਕ ਸਮਝੌਤੇ ਤੇ ਹਸਤਾਖਰ ਕੀਤੇ ਸਨ। ਇਹ ਸਮਝੌਤਾ 22 ਜੂਨ ਨੂੰ ਹੋਇਆ ਸੀ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਇਤਿਹਾਸਕ ਰਾਜ ਦੌਰੇ ਤੇ ਸਨ। ਵਾਈਟ ਹਾਊਸ ਵਿੱਚ ਉਹਨਾਂ ਦਾ ਰਸਮੀ ਸਵਾਗਤ ਕੀਤਾ ਗਿਆ। ਰਾਸ਼ਟਰਪਤੀ ਬਾਈਡਨ ਨਵੀਂ ਦਿੱਲੀ ਵਿੱਚ G20 ਸਿਖਰ ਸੰਮੇਲਨ ਲਈ 7 ਤੋਂ 10 ਸਤੰਬਰ ਤੱਕ ਭਾਰਤ ਦਾ ਦੌਰਾ ਕਰਨਗੇ। ਉਹਨਾਂ ਦੇ ਦੌਰੇ ਦੌਰਾਨ ਭਾਰਤ ਅਤੇ ਅਮਰੀਕਾ ਵੱਲੋਂ ਇਸ ਸੌਦੇ ਨੂੰ ਅੱਗੇ ਵਧਾਉਣ ਲਈ ਅੱਗੇ ਵਧਣ ਵਾਲੇ ਕਦਮਾਂ ਬਾਰੇ ਵਿਚਾਰ ਵਟਾਂਦਰਾ ਕਰਨ ਦੀ ਉਮੀਦ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਜੋ ਬਾਈਡਨ ਇੱਕ ਮਾਨਸਿਕ ਤਬਾਹੀ ਹੈ ਅਤੇ ਉਹ ਅਮਰੀਕਾ ਨੂੰ ਤੀਜੇ ਵਿਸ਼ਵ ਯੁੱਧ ਵੱਲ ਲੈ ਜਾਵੇਗਾ, ਜਿਵੇਂ ਕਿ ਰਿਪੋਰਟ ਕੀਤੀ ਗਈ ਹੈ। ਟਰੰਪ ਨੇ ਕਿਹਾ, ਜੋ ਬਾਈਡਨ ਭਿਆਨਕ ਅਤੇ ਦੇਸ਼ ਨੂੰ ਵਾਤਾਵਰਣ ਦੀਆਂ ਖੁੱਲ੍ਹੀਆਂ ਸਰਹੱਦਾਂ ਅਤੇ DOJ FBI ਨੂੰ ਖਤਰੇ ਵਿੱਚ ਪਾਉਣ ਵਾਲਾ ਵਿਅਕਤੀ ਹੈ। ਟਰੰਪ ਨੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੀ ਹਥਿਆਰ ਬਣਾਉਣ ਦੀਆਂ ਨੀਤੀਆਂ ਨੂੰ ਲੈ ਕੇ ਨਿੰਦਾ ਕੀਤੀ ਅਤੇ ਉਹਨਾਂ ਨੂੰ ਮਾਨਸਿਕ ਤਬਾਹੀ ਕਰਾਰ ਦਿੱਤਾ, ਜੋ ਉਸ ਦੇ ਦੇਸ਼ ਨੂੰ ਤੀਜੇ ਵਿਸ਼ਵ ਯੁੱਧ ਵੱਲ ਲੈ ਜਾ ਰਿਹਾ ਹੈ। ਟਰੰਪ ਨੇ ਕਿਹਾ, ਅਮਰੀਕਾ ਬਿਨਾਂ ਕਿਸੇ ਕਾਰਨ ਦੇ ਇਸ ਵਿਅਕਤੀ ਦੇ ਕਾਰਨ ਵਿਸ਼ਵ ਯੁੱਧ 3 ਵਿੱਚ ਖਤਮ ਹੋ ਜਾਵੇਗਾ। ਇਸ ਤੋਂ ਇਲਾਵਾ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਫਗਾਨਿਸਤਾਨ ਤੋਂ ਅਮਰੀਕਾ ਦੇ ਬੇਢੰਗੇ ਬਾਹਰ ਨਿਕਲਣ ਤੇ ਜੋ ਬਾਈਡਨ ਦੀ ਨਿੰਦਾ ਕੀਤੀ। ਇਹ ਜ਼ੋਰ ਦੇ ਕੇ ਕਿਹਾ ਕਿ ਉਹ ਖੁਦ ਫੌਜੀ ਕਰਮਚਾਰੀਆਂ ਦੀ ਵਾਪਸੀ ਤੋਂ ਪਹਿਲਾਂ ਅਮਰੀਕੀ ਨਾਗਰਿਕਾਂ ਅਤੇ ਉਪਕਰਨਾਂ ਦੀ ਨਿਕਾਸੀ ਨੂੰ ਯਕੀਨੀ ਬਣਾਉਣਗੇ। ਟਰੰਪ ਨੇ ਇੱਕ ਟੈਲੀਵਿਜ਼ਨ ਇੰਟਰਵਿਊ ਵਿੱਚ ਕਿਹਾ, ਇਹ ਬਹੁਤ ਵੱਡੀ ਗੱਲ ਹੈ ਕਿ ਅਸੀਂ ਬਾਹਰ ਹੋ ਰਹੇ ਹਾਂ, ਪਰ ਜੋ ਬਾਈਡਨ ਤੋਂ ਵੀ ਮਾੜੀ ਕਿਸੇ ਨੇ ਵਾਪਸੀ ਨੂੰ ਕਦੇ ਨਹੀਂ ਸੰਭਾਲਿਆ। ਮੇਰਾ ਮੰਨਣਾ ਹੈ ਕਿ ਇਤਿਹਾਸ ਵਿੱਚ ਇਹ ਸਭ ਤੋਂ ਵੱਡੀ ਸ਼ਰਮਿੰਦਗੀ ਹੈ ਸਾਡੇ ਦੇਸ਼ ਦੀ। ਤੂਫਾਨ ਇਡਾਲੀਆ ਬੁੱਧਵਾਰ ਨੂੰ ਤੇਜ਼ ਹਵਾਵਾਂ ਨਾਲ ਫਲੋਰੀਡਾ ਦੇ ਤੱਟ ਨਾਲ ਟਕਰਾਇਆ, ਜਿਸ ਨਾਲ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ। ਸੜਕਾਂ ਤੇ ਪਾਣੀ ਭਰ ਗਿਆ, ਜਿਸ ਵਿੱਚ ਕਾਰਾਂ ਵਰਗੇ ਵਾਹਨ ਕਿਸ਼ਤੀਆਂ ਵਾਂਗ ਤੈਰਦੇ ਨਜ਼ਰ ਆ ਰਹੇ ਨੇ। ਸਥਾਨਕ ਲੋਕਾਂ ਨੇ ਸੁਰੱਖਿਅਤ ਥਾਵਾਂ ਵੱਲ ਜਾਣਾ ਸ਼ੁਰੂ ਕਰ ਦਿੱਤਾ ਹੈ। ਪੇਰੀ ਸ਼ਹਿਰ ਦੇ ਨਿਵਾਸੀ ਬੇਲੌਂਡ ਥਾਮਸ ਨੇ ਕਿਹਾ ਕਿ ਸਾਡੇ ਤੇ ਕਹਿਰ ਟੁੱਟ ਪਿਆ।
ਖਤਰਨਾਕ ਸ਼੍ਰੇਣੀ 3 ਦੇ ਤੂਫਾਨ ਇਡਾਲੀਆ ਨੇ ਬੁੱਧਵਾਰ ਸਵੇਰੇ 7:45 ਤੇ ਕੀਟਨ ਬੀਚ ਨੇੜੇ 205 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਵਾਲੀਆਂ ਹਵਾਵਾਂ ਨਾਲ ਦਸਤਕ ਦਿੱਤੀ। ਹਾਲਾਂਕਿ ਦੁਪਹਿਰ ਨੂੰ ਤੂਫਾਨ ਕੁਝ ਕਮਜ਼ੋਰ ਪੈ ਗਿਆ ਅਤੇ ਹਵਾਵਾਂ ਦੀ ਰਫ਼ਤਾਰ 113 ਕਿਲੋਮੀਟਰ ਪ੍ਰਤੀ ਘੰਟਾ ਰਹਿ ਗਈ। ਤੇਜ਼ ਹਵਾਵਾਂ ਦੇ ਅਸਰ ਨਾਲ ਘਰਾਂ ਦੀਆਂ ਛੱਤਾਂ ਅਤੇ ਦਰਖਤ ਉਖੜ ਗਏ। ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਿਸ ਨੇ ਕਿਹਾ ਕਿ ਫਿਲਹਾਲ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਤੁਰੰਤ ਕੋਈ ਰਿਪੋਰਟ ਨਹੀਂ ਹੈ। ਰਾਹਤ ਦੀ ਗੱਲ ਇਹ ਰਹੀ ਕਿ ਪਿਛਲੇ ਸਾਲ ਫੋਰਟ ਮਾਇਰਸ ਖੇਤਰ ਵਿੱਚ ਆਏ ਤੂਫਾਨ ਇਆਨ ਦੀ ਤਰ੍ਹਾਂ ਇਡਾਲੀਆ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਫਲੋਰੀਡਾ ਵਿੱਚ ਜਿਸ ਖੇਤਰ ਨਾਲ ਤੂਫਾਨ ਟਕਰਾਇਆ ਉੱਥੋਂ ਦੀ ਆਬਾਦੀ ਕਾਫੀ ਘੱਟ ਹੈ ਅਤੇ ਇਸ ਸੂਬੇ ਦੇ ਪੇਂਡੂ ਖੇਤਰਾਂ ਵਿੱਚੋਂ ਇੱਕ ਹੈ। ਪਿਛਲੇ ਸਾਲ ਆਏ ਤੂਫਾਨ ਇਆਨ ਕਾਰਨ 149 ਲੋਕਾਂ ਦੀ ਮੌਤ ਹੋ ਗਈ ਸੀ। ਕੈਨੇਡਾ ਸਰਕਾਰ ਦੇ ਮੰਤਰੀ ਸ਼ੌਨ ਫਰੇਜ਼ਰ ਨੇ ਸੰਕੇਤ ਦਿੱਤੇ ਨੇ ਕਿ ਟਰੂਡੋ ਸਰਕਾਰ ਨੂੰ ਸਟੱਡੀ ਵੀਜ਼ੇ ਦਾ ਮੁਲਾਂਕਣ ਕਰਨ ਦੀ ਲੋੜ ਹੈ ਤੇ ਇਸ ਤੇ ਗੰਭੀਰਤਾ ਨਾਲ ਵਿਚਾਰ ਕਰਕੇ ਗਿਣਤੀ ਨੂੰ ਸੀਮਿਤ ਕੀਤਾ ਜਾ ਸਕਦਾ ਹੈ। ਫਰੇਜ਼ਰ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਕੈਨੇਡਾ ਵਿੱਚ ਤੇਜ਼ੀ ਨਾਲ ਆ ਰਹੇ ਵਿਦਿਆਰਥੀਆਂ ਕਰਕੇ ਜ਼ਮੀਨ ਤੇ ਮਕਾਨ ਦੇ ਰੇਟਾਂ ਤੇ ਕਾਫੀ ਬੁਰਾ ਪ੍ਰਭਾਵ ਪੈ ਰਿਹਾ ਹੈ। ਕੈਨੇਡਾ ਦੀ ਟਰੂਡੋ ਸਰਕਾਰ ਦੇ ਮੰਤਰੀ ਦੇ ਬਿਆਨ ਦਾ ਪੰਜਾਬ ਵਿੱਚ ਡੂੰਘਾ ਪ੍ਰਭਾਵ ਪਿਆ। ਇਸ ਫੈਸਲੇ ਨਾਲ ਭਾਰਤੀਆਂ ਦਾ ਉੱਥੇ ਜਾਣ ਦਾ ਸੁਪਨਾ ਟੁੱਟ ਸਕਦਾ ਹੈ। ਕੈਨੇਡਾ ਵਿੱਚ ਲੋਕਾਂ ਦੇ ਰਹਿਣ ਦੀ ਜਗ੍ਹਾ ਘੱਟ ਪੈ ਰਹੀ ਹੈ, ਇਸ ਲਈ ਇਹ ਦੇਸ਼ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਤੇ ਲਗਾਮ ਲਗਾਉਣ ਦੀ ਤਿਆਰੀ ਵਿੱਚ ਹੈ। 2022 ਵਿੱਚ ਕੈਨੇਡਾ ਵਿੱਚ 184 ਦੇਸ਼ਾਂ ਤੋਂ 8 ਲੱਖ ਤੋਂ ਜ਼ਿਆਦਾ ਵਿਦਿਆਰਥੀ ਆਏ, ਜਦੋਂ ਕਿ 2015 ਵਿੱਚ ਇਹ ਗਿਣਤੀ 4 ਲੱਖ ਤੋਂ ਘੱਟ ਸੀ। ਕੈਨੇਡਾ ਦੇ ਓਟਾਵਾ ਵਿੱਚ ਰਹਿਣ ਵਾਲੇ ਪੰਜਾਬੀ ਭਾਈਚਾਰੇ ਦੇ ਲੀਡਰ ਜਸਵਿੰਦਰ ਸਿੰਘ ਜੱਸਾ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਇਹ ਭੀੜ ਆਉਣਾ ਸਿਆਸਤ ਦਾ ਇੱਕ ਹਿੱਸਾ ਹੈ। ਕੈਨੇਡਾ 2024 ਤੱਕ ਆਪਣੇ ਵਿਦਿਆਰਥੀ ਵੀਜ਼ਾ ਪ੍ਰੋਗਰਾਮ ਵਿੱਚ ਇੱਕ ਨਵੇਂ ਭਰੋਸੇਯੋਗ ਢਾਂਚੇ ਨੂੰ ਲਾਗੂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਪਿਛਲੇ 7 ਸਾਲਾਂ ਵਿੱਚ ਘਰਾਂ ਦੀਆਂ ਕੀਮਤਾਂ ਅਸਮਾਨ ਛੂ ਰਹੀਆਂ ਨੇ। ਕੈਨੇਡਾ ਸਟੱਡੀ ਵੀਜ਼ਾ ਦੇ ਮਾਹਿਰ ਰਮਨ ਕੁਮਾਰ ਨੇ ਕਿਹਾ ਕਿ ਕੁਝ ਮਾਪਦੰਡਾਂ ਨੂੰ ਪੂਰਾ ਕਰਨ ਵਾਲੀਆਂ ਸੰਸਥਾਵਾਂ ਨੂੰ ਭਰੋਸੇਯੋਗ ਸੰਸਥਾ ਵਜੋਂ ਨਾਮਜ਼ਦ ਕੀਤੇ ਜਾਣ ਦੀ ਤਿਆਰੀ ਹੈ। ਜੇਕਰ ਇਹ ਫੈਸਲਾ ਹੁੰਦਾ ਹੈ ਤਾਂ ਇਸ ਦੀ ਲਪੇਟ ਵਿੱਚ ਕਈ ਅਜਿਹੇ ਕਾਲਜ ਆ ਜਾਣਗੇ ਜਿਸ ਦਾ ਮਕਸਦ ਸਿਰਫ ਡਿਗਰੀ ਦੇ ਕੇ ਬੱਚਿਆਂ ਨੂੰ ਵਰਕ ਪਰਮਿਟ ਤੱਕ ਭੇਜਣਾ ਹੈ। ਸਟੱਡੀ ਵੀਜ਼ਾ ਮਾਹਿਰ ਸੁਕਾਂਤ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਵਿੱਚ ਜਨਵਰੀ ਸਮੈਸਟਰ ਦੀ ਤਿਆਰੀ ਹੋ ਰਹੀ ਹੈ ਤੇ ਸਾਰੇ ਕਾਲਜਾਂ ਦੀਆਂ ਸੀਟਾਂ ਫੁੱਲ ਹੋ ਚੁੱਕੀਆਂ ਨੇ। ਇਸ ਲਈ ਜੇਕਰ ਵਿਦਿਆਰਥੀ ਤੇ ਕੋਈ ਫੈਸਲਾ ਆਉਂਦਾ ਹੈ ਤਾਂ ਇਹ ਕਾਫੀ ਨਿਰਾਸ਼ਾਜਨਕ ਹੋਵੇਗਾ। ਬੱਚੇ ਫੀਸ ਅਦਾ ਕਰ ਚੁੱਕੇ ਨੇ। ਸਟੱਡੀ ਵੀਜ਼ਾ ਦੀ ਪ੍ਰਕਿਰਿਆ ਚੱਲ ਰਹੀ ਹੈ। ਕੈਨੇਡਾ ਤਕਨੀਕੀ ਉਦਯੋਗ ਦੀ ਪ੍ਰਤਿਭਾ ਲਈ ਇੱਕ ਵਿਸ਼ਵ ਪੱਧਰ ਦਾ ਚੁੰਬਕ ਬਣ ਕੇ ਉੱਭਰਿਆ, ਜਿੱਥੇ ਹੈਰਾਨੀਜਨਕ ਰੂਪ ਨਾਲ 15,000 ਭਾਰਤੀ ਤਕਨੀਕੀ ਕਰਮਚਾਰੀ ਅਪ੍ਰੈਲ 2022 ਤੋਂ ਮਾਰਚ 2023 ਤੱਕ ਸਿਰਫ 12 ਮਹੀਨਿਆਂ ਵਿੱਚ ਹੀ ਦੇਸ਼ ਵਿੱਚ ਆਏ ਸਨ। ਦੀ ਟੈਕਨੋਲੋਜੀ ਕਾਉਂਸਲਸ ਆਫ ਨਾਰਥ ਅਮਰੀਕਾ ਅਤੇ ਕੈਨੇਡਾ ਦੇ ਟੈਕ ਨੈਟਵਰਕ ਦੀ ਇੱਕ ਸਾਂਝੀ ਰਿਪੋਰਟ ਅਨੁਸਾਰ ਮਾਈਗ੍ਰੇਸ਼ਨ ਵਿੱਚ ਇਹ ਵਾਧਾ ਕੈਨੇਡਾ ਦੇ ਤਕਨੀਕੀ ਕਰਮਚਾਰੀਆਂ ਦੇ ਵਿਸਤਾਰ ਵਿੱਚ ਭਾਰਤ ਦੇ ਸਭ ਤੋਂ ਵੱਡੇ ਯੋਗਦਾਨ ਦੇ ਰੂਪ ਵਿੱਚ ਸਥਾਪਿਤ ਕਰਦੀ ਹੈ। ਇੱਕ ਰੁਝਾਨ ਅਨੁਸਾਰ ਇੱਕ ਸੁਰੱਖਿਅਤ ਜ਼ਿੰਦਗੀ ਦੀ ਚਾਹਤ ਰੱਖਣ ਵਾਲੇ 32,000 ਤੋਂ ਵੱਧ ਤਕਨੀਕੀ ਕਰਮਚਾਰੀਆਂ ਚੋਂ 15,097 ਨੇ ਕੈਨੇਡਾ ਨੂੰ ਆਪਣੇ ਨਵੇਂ ਘਰ ਵਜੋਂ ਚੁਣਿਆ, ਜੋ ਕਿ ਦੇਸ਼ ਵਿੱਚ ਤਕਨੀਕੀ ਖੇਤਰ ਦੇ ਆਕਰਸ਼ਣ ਨੂੰ ਦਰਸਾਉਂਦਾ ਹੈ। ਭਾਰਤ ਤੋਂ ਬਾਅਦ ਨਾਈਜੀਰੀਆ ਦਾ ਨਾਂ ਆਉਂਦਾ ਹੈ, ਜਿੱਥੋਂ ਦੇ 1,808 ਤਕਨੀਕੀ ਕਰਮਚਾਰੀਆਂ ਨੇ ਕੈਨੇਡਾ ਨੂੰ ਚੁਣਿਆ। ਮਾਹਿਰਾਂ ਨੇ ਇਸ ਦਾ ਕਾਰਨ ਕੈਨੇਡਾ ਦੀ ਪ੍ਰਵਾਸੀਆਂ ਦੇ ਅਨੁਕੂਲ ਨੀਤੀਆਂ ਅਤੇ ਮਜ਼ਦੂਰੀ ਲਾਗਤ ਦੇ ਮਾਮਲੇ ਵਿੱਚ ਮੁਕਾਬਲੇਬਾਜ਼ੀ ਵਿੱਚ ਇਸ ਦੀ ਅਨੁਕੂਲਤਾ ਨੂੰ ਦੱਸਿਆ ਹੈ। ਇਸ ਵੱਧਦੇ ਪ੍ਰਵਾਸ ਦੇ ਮੁੱਖ ਕੇਂਦਰ ਕੈਨੇਡਾ ਦੇ 2 ਸ਼ਹਿਰ ਨੇ, ਮਿਸੀਸਾਗਾ ਅਤੇ ਮੌਂਟਰੀਅਲ। ਮਿਸੀਸਾਗਾ ਜਿੱਥੇ 1,000 ਤੋਂ ਵੱਧ ਟੈਕ ਕੰਪਨੀਆਂ ਨੇ ਅਤੇ 3 ਲੱਖ ਤੋਂ ਵੱਧ ਟੈਕ ਮਾਹਿਰ ਕੰਮ ਕਰਦੇ ਨੇ, ਤਕਨੀਕੀ ਖੇਤਰ ਦਾ ਮੁੱਖ ਕੇਂਦਰ ਬਣ ਚੁੱਕਾ ਹੈ। ਜਦਕਿ ਮੌਂਟਰੀਅਲ ਵਿੱਚ 2015 ਅਤੇ 2020 ਦੌਰਾਨ ਤਕਨੀਕੀ ਇਕੋਸਿਸਟਮ ਵਿੱਚ 31% ਤੱਕ ਦਾ ਵਾਧਾ ਦੇਖਿਆ ਗਿਆ ਹੈ। ਇੱਕ ਰਿਪੋਰਟ ਅਨੁਸਾਰ ਕੋਵਿਡ ਮਹਾਮਾਰੀ ਤੋਂ ਬਾਅਦ ਤਕਨੀਕੀ ਖੇਤਰ ਵਿੱਚ ਹੋਣ ਵਾਲੇ ਇਮੀਗ੍ਰੇਸ਼ਨ ਵਿੱਚ ਵਾਧਾ ਕਾਫੀ ਮਹੱਤਵਪੂਰਨ ਹੈ। ਇਸ ਅਨੁਸਾਰ ਪ੍ਰਵਾਸ ਵਿੱਚ ਇਹ ਵਾਧਾ ਦੇਸ਼ ਵਿੱਚ ਕਰਮਚਾਰੀਆਂ ਦੀਆਂ ਮੁੱਖ ਮੰਗਾਂ ਨੂੰ ਪੂਰਾ ਕਰ ਸਕਣਾ ਉਸ ਦੇ ਕਾਰਨ ਨੇ, ਜੋ ਕਿ ਦੁਨੀਆ ਵਿੱਚ ਟੈਕ ਪ੍ਰਤਿਭਾ ਦੀ ਕਮੀ ਦੇ ਬਾਵਜੂਦ ਦੇਖਣ ਨੂੰ ਮਿਲਿਆ ਹੈ। ਹਾਲਾਂਕਿ ਭਾਰਤ, ਨਾਈਜੀਰੀਆ ਅਤੇ ਬ੍ਰਾਜ਼ੀਲ ਦਾ ਯੋਗਦਾਨ ਇਸ ਪ੍ਰਵਾਸ ਵਾਧੇ ਵਿੱਚ ਸਭ ਤੋਂ ਵੱਧ ਹੈ। ਅਮਰੀਕੀ ਪ੍ਰਤਿਭਾ ਲਈ ਵੀ ਕੈਨੇਡੀਅਨ ਟੈਕ ਕੰਪਨੀਆਂ ਖਿੱਚ ਦੇ ਕੇਂਦਰ ਬਣ ਰਹੀਆਂ ਨੇ। ਦੱਸ ਦਈਏ ਕਿ ਕੈਨੇਡਾ ਟੈਕ ਮਾਹਿਰਾਂ ਨੂੰ ਅਮਰੀਕਾ ਦੇ ਮੁੱਖ ਸ਼ਹਿਰਾਂ ਜਿਵੇਂ ਕਿ ਵਾਸ਼ਿੰਗਟਨ DC, ਬੋਸਟਨ, ਸ਼ਿਕਾਗੋ ਅਤੇ ਫਿਲਡੈਲਫੀਆ ਤੋਂ ਵੀ ਸੱਦ ਰਿਹਾ ਹੈ। ਭਾਰਤੀ ਟੈਕ ਕਰਮਚਾਰੀਆਂ ਦੇ ਕੈਨੇਡਾ ਜਾਣ ਦੇ ਵਾਧੇ ਨਾਲ ਨਾ ਸਿਰਫ ਵਿਸ਼ਵ ਦੇ ਤਕਨੀਕੀ ਉਦਯੋਗ ਵਿੱਚ ਮੰਗ ਦਾ ਪਤਾ ਲੱਗਦਾ ਹੈ, ਸਗੋਂ ਕੈਨੇਡਾ ਦੀ ਤਕਨੀਕੀ ਖੇਤਰ ਵਿੱਚ ਆਉਣ ਵਾਲੇ ਸਾਲਾਂ ਦੌਰਾਨ ਕਰਮਚਾਰੀਆਂ ਦੇ ਵਿਕਾਸ ਦਾ ਵੀ ਸੰਕੇਤ ਮਿਲਦਾ ਹੈ। ਆਪਣੀਆਂ ਨੀਤੀਆਂ ਅਤੇ ਵੱਧਦੇ ਟੈਕ ਇਕੋਸਿਸਟਮ ਨਾਲ ਕੈਨੇਡਾ ਹੁਣ ਅੰਤਰਰਾਸ਼ਟਰੀ ਪੱਧਰ ਤੇ ਤਕਨੀਕੀ ਖੇਤਰ ਦੇ ਇੱਕ ਵੱਡੀ ਤਾਕਤ ਬਣਨ ਵੱਲ ਵਧ ਰਿਹਾ ਹੈ।
ਵਾਸ਼ਿੰਗਟਨ ਵਿੱਚ ਇੱਕ ਭਾਰਤੀ ਨਾਗਰਿਕ ਨੂੰ ਧੋਖਾਧੜੀ ਦਾ ਦੋਸ਼ੀ ਠਹਿਰਾਇਆ ਗਿਆ। ਦਰਅਸਲ ਮੁਲਜ਼ਮਾਂ ਨੇ ਵੱਖ-ਵੱਖ ਟੈਲੀਫੋਨ ਪ੍ਰੋਵਾਈਡਰਸ ਅਤੇ ਬੀਮਾ ਕੰਪਨੀਆਂ ਨਾਲ ਲੱਖਾਂ ਡਾਲਰਾਂ ਦੀ ਧੋਖਾਧੜੀ ਕੀਤੀ ਅਤੇ ਜਾਅਲੀ ਪਛਾਣਾਂ ਦੀ ਵਰਤੋਂ ਕਰਕੇ ਸੈਲੂਲਰ ਉਪਕਰਨਾਂ ਨੂੰ ਬਦਲਣ ਲਈ ਫਰਜ਼ੀ ਦਾਅਵੇ ਪੇਸ਼ ਕੀਤੇ ਅਤੇ ਫਿਰ ਉਹਨਾਂ ਉਪਕਰਨਾਂ ਨੂੰ ਸੰਯੁਕਤ ਰਾਜ ਤੋਂ ਬਾਹਰ ਭੇਜ ਦਿੱਤਾ। ਅਮਰੀਕੀ ਅਟਾਰਨੀ ਫਿਲਿਪ ਆਰ ਸੋਲਿੰਗਰ ਨੇ ਦੱਸਿਆ ਕਿ ਨਿਊਯਾਰਕ ਦੇ 42 ਸਾਲਾ ਪਰਾਗ ਪਾਸਵਰ ਨੇ ਅਮਰੀਕੀ ਜ਼ਿਲ੍ਹਾ ਜੱਜ ਮੈਡਲਿਨ ਕਾਕਸ ਔਰੇਲੀਓ ਦੇ ਸਾਹਮਣੇ ਆਪਣਾ ਦੋਸ਼ ਕਬੂਲ ਕਰ ਲਿਆ। ਇਸ ਤੋਂ ਬਾਅਦ ਪਰਾਗ ਤੇ ਮੇਲ ਫਰਾਡ ਕਰਨ ਦੀ ਸਾਜ਼ਿਸ਼ ਦੇ ਇੱਕ ਕੇਸ ਅਤੇ ਚੋਰੀ ਦੀ ਜਾਇਦਾਦ ਦੇ ਅੰਤਰਰਾਜੀ ਤਬਾਦਲੇ ਦੀ ਸਾਜ਼ਿਸ਼ ਦੇ ਇੱਕ ਕੇਸ ਲਈ ਮੁਕੱਦਮਾ ਦਰਜ ਕੀਤਾ ਗਿਆ ਸੀ। ਇਸ ਲਈ ਅਗਲੇ ਸਾਲ 3 ਜਨਵਰੀ ਤੱਕ ਸਜ਼ਾ ਤੈਅ ਕੀਤੀ ਗਈ ਹੈ। ਮਿਲੇ ਦਸਤਾਵੇਜ਼ਾਂ ਦੇ ਅਨੁਸਾਰ ਜੂਨ 2013 ਤੋਂ ਜੂਨ 2019 ਤੱਕ ਪਰਾਗ ਅਮਰੀਕੀ ਡਾਕ ਸੇਵਾ ਮੇਲ ਪ੍ਰਣਾਲੀ ਦੇ ਨਾਲ-ਨਾਲ ਦੂਜੇ ਥਰਡ ਪਾਰਟੀ ਮੇਲ ਕੈਰੀਅਰਾਂ ਦੀ ਵਰਤੋਂ ਕਰਦੇ ਹੋਏ ਸੈਲੂਲਰ ਟੈਲੀਫੋਨ ਪ੍ਰਦਾਤਾਵਾਂ ਅਤੇ ਬੀਮਾ ਕੰਪਨੀਆਂ ਨੂੰ ਧੋਖਾ ਦੇਣ ਦੀ ਇੱਕ ਵਿਆਪਕ ਯੋਜਨਾ ਵਿੱਚ ਸ਼ਾਮਿਲ ਹੈ। ਪਰਾਗ ਅਤੇ ਉਸ ਦੇ ਸਾਥੀਆਂ ਨੇ ਨਿਊ ਜਰਸੀ ਦੇ ਨਾਲ-ਨਾਲ ਰਾਜ ਭਰ ਵਿੱਚ ਮੇਲ ਬਾਕਸ ਅਤੇ ਸਟੋਰੇਜ ਯੂਨਿਟਾਂ ਦਾ ਇੱਕ ਨੈਟਵਰਕ ਬਣਾਇਆ, ਜਿਸ ਵਿੱਚ ਤੀਜੀ ਧਿਰ ਨੂੰ ਵੇਚਣ ਤੋਂ ਪਹਿਲਾਂ ਜਾਣਕਾਰੀ ਸਟੋਰ ਕੀਤੀ ਜਾਂਦੀ ਸੀ। ਫੈਡਰਲ ਵਕੀਲਾਂ ਨੇ ਕਿਹਾ ਕਿ ਪੋਲਨ ਅਤੇ ਉਸ ਦੇ ਸਹਿਯੋਗੀਆਂ ਦੀ ਯੋਜਨਾ ਦੇ ਨਤੀਜੇ ਵਜੋਂ ਸੈਲੂਲਰ ਟੈਲੀਫੋਨ ਪ੍ਰੋਵਾਈਡਰਸ ਅਤੇ ਬੀਮਾ ਕੰਪਨੀਆਂ ਨੂੰ ਲੱਖਾਂ ਡਾਲਰਾਂ ਦਾ ਨੁਕਸਾਨ ਹੋਇਆ। ਮੇਲ ਧੋਖਾਧੜੀ ਕਰਨ ਦੀ ਸਾਜ਼ਿਸ਼ ਰਚਨ ਦੇ ਦੋਸ਼ ਵਿੱਚ ਵੱਧ ਤੋਂ ਵੱਧ 20 ਸਾਲ ਦੀ ਕੈਦ ਅਤੇ ਯੂਨਾਈਟਿਡ ਸਟੇਟਸ $2,50,000 ਦਾ ਜੁਰਮਾਨਾ ਹੋ ਸਕਦਾ ਹੈ। ਅਮਰੀਕਾ ਦੇ ਮਸ਼ਹੂਰ ਰੈਪ ਗਾਇਕ ਐਮੀਨੇਮ ਨੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੀ ਦੌੜ ਵਿੱਚ ਉਤਰੇ ਭਾਰਤੀ ਮੂਲ ਦੇ ਨੇਤਾ ਵਿਵੇਕ ਰਾਮਾਸਵਾਮੀ ਤੇ ਇਤਰਾਜ਼ ਜਤਾਇਆ। ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ ਟਰੰਪ ਦੇ ਖਿਲਾਫ ਚੋਣ ਲੜ ਰਹੇ ਵਿਵੇਕ ਨੇ ਆਪਣੇ ਪ੍ਰਚਾਰ ਦੌਰਾਨ ਐਮਿਨਮ ਦੇ ਸੰਗੀਤ ਦੀ ਵਰਤੋਂ ਕੀਤੀ ਸੀ, ਜਿਸ ਦੇ ਰੈਪਰ ਨੇ ਹੁਣ ਅਧਿਕਾਰਿਤ ਤੌਰ ਤੇ ਉਸ ਤੇ ਇਤਰਾਜ਼ ਜਤਾਇਆ। ਸਿੰਗਰ ਨੇ ਕਿਹਾ ਕਿ ਰਾਮਾਸਵਾਮੀ ਨੂੰ ਮੇਰੇ ਸੰਗੀਤ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਐਮਿਨਮ ਨੇ ਇਸ ਦੇ ਲਈ ਮਿਊਜ਼ਿਕ ਲਾਇਸੈਂਸਰ ਬ੍ਰਾਡਕਾਸਟ ਨੂੰ ਵੀ ਇਸ ਬਾਰੇ ਸ਼ਿਕਾਇਤ ਕੀਤੀ ਹੈ। ਹਾਲ ਹੀ ਵਿੱਚ ਵਿਵੇਕ ਰਾਮਾਸਵਾਮੀ ਦਾ ਇੱਕ ਵੀਡੀਓ ਵੀ ਵਾਇਰਲ ਹੋਇਆ ਸੀ, ਜਿਸ ਵਿੱਚ ਉਹ ਐਮਿਨਮ ਰੈਪਰ ਦਾ ਇੱਕ ਰੈਪ ਗੀਤ ਗਾਉਂਦਾ ਨਜ਼ਰ ਆਇਆ ਸੀ। ਰਾਮਾਸਵਾਮੀ ਰੈਪ ਸੰਗੀਤ ਦੇ ਸ਼ੌਕੀਨ ਵੀ ਨੇ। ਹਾਰਵਰਡ ਯੂਨੀਵਰਸਿਟੀ ਵਿੱਚ ਪੜ੍ਹਦਿਆਂ ਵਿਵੇਕ ਰਾਮਾਸਵਾਮੀ ਨੇ ਖੁਦ ਰੈਪ ਗੀਤ ਗਾਏ ਸਨ ਅਤੇ ਦੀ ਵੇਕ ਦਾ ਨਾਂ ਦੇ ਇੱਕ ਰੌਕ ਬੈਂਡ ਦਾ ਵੀ ਹਿੱਸਾ ਰਹੇ ਸਨ। ਹਾਲਾਂਕਿ ਵਿਵੇਕ ਰਾਮਾਸਵਾਮੀ ਤੋਂ ਪਹਿਲਾਂ ਰੋਲਿੰਗ ਸਟੋਨ ਨੇ ਵੀ ਡੋਨਲਡ ਟਰੰਪ ਤੇ ਉਸ ਦੇ ਗੀਤ ਦੀ ਵਰਤੋਂ ਕਰਨ ਤੇ ਇਤਰਾਜ਼ ਜਤਾਇਆ ਸੀ। ਵਿਵੇਕ ਰਾਮਾਸਵਾਮੀ ਰਾਸ਼ਟਰਪਤੀ ਚੋਣ ਲਈ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਬਣਦੇ ਨੇ ਜਾਂ ਨਹੀਂ, ਇਸ ਦੀ ਦੌੜ ਵਿੱਚ ਉਤਰਨ ਤੋਂ ਬਾਅਦ ਉਹ ਅਮਰੀਕਾ ਵਿੱਚ ਇੱਕ ਜਾਣਿਆ ਪਛਾਣਿਆ ਚਿਹਰਾ ਬਣ ਰਹੇ ਨੇ। ਉਹਨਾਂ ਦੇ ਬਿਆਨਾਂ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ। ਸਮਾਜ ਸੇਵਾ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾਉਣ ਤੇ 9 ਤੋਂ 25 ਸਾਲ ਤੱਕ ਦੇ ਮੁੰਡੇ, ਕੁੜੀਆਂ ਅਤੇ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਡਾਇਨਾ ਐਵਾਰਡ 2023 ਲਈ ਕੈਨੇਡਾ ਦੀਆਂ 2 ਪੰਜਾਬਣ ਵਿਦਿਆਰਥਣਾਂ ਸ਼ਰੀਆ ਗੁਪਤਾ ਤੇ ਪਾਨਵੀ ਸਚਦੇਵਾ ਦੀ ਚੋਣ ਕੀਤੀ ਗਈ ਹੈ। ਇਹ ਪੁਰਸਕਾਰ ਇੰਗਲੈਂਡ ਦੀ ਮਰਹੂਮ ਰਾਜਕੁਮਾਰੀ ਡਾਇਨਾ ਦੀ ਯਾਦ ਵਿੱਚ 1999 ਵਿੱਚ ਦੇਣਾ ਸ਼ੁਰੂ ਕੀਤਾ ਗਿਆ ਸੀ। ਇੱਥੇ ਦੱਸ ਦਈਏ ਕਿ ਇੰਗਲੈਂਡ ਦੇ ਮਹਾਰਾਜਾ 3 ਚਾਰਲਸ ਦੀ ਪਤਨੀ ਡਾਇਨਾ ਦੀ 31 ਅਗਸਤ 1997 ਨੂੰ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਡਾਇਨਾ ਐਵਾਰਡ ਲਈ ਚੁਣੀ ਜਾਣ ਵਾਲੀ 13 ਸਾਲਾ ਵਿਦਿਆਰਥਣ ਸ਼ਰੀਆ ਗੁਪਤਾ ਵਿਦਿਆਰਥੀਆਂ ਨੂੰ ਬੁਲਿੰਗ ਖਿਲਾਫ ਜਾਗਰੂਕ ਕਰਦੀ ਹੈ ਅਤੇ ਬੁਲਿੰਗ ਤੇ ਫਲੈਮਿੰਗ ਫੀਟ ਨਾਂ ਦੀ ਕਿਤਾਬ ਲਿਖ ਚੁੱਕੀ ਹੈ। ਉੱਥੇ ਹੀ ਮਾਰਜਿਨ ਮੈਗਜ਼ੀਨ ਦੀ ਮੁੱਖ ਸੰਪਾਦਕ ਰਹੀ 20 ਸਾਲਾ ਪਾਨਵੀ ਸਚਦੇਵਾ ਕੋਲੰਬੀਆ ਯੂਨੀਵਰਸਿਟੀ ਵਿਖੇ ਪਬਲਿਕ ਹੈਲਥ ਦੀ ਪੜ੍ਹਾਈ ਕਰ ਰਹੀ ਹੈ ਤੇ ਭਾਰਤ ਵਿੱਚ ਲੋੜਵੰਦ ਵਿਦਿਆਰਥਣਾਂ ਦੀ ਪੜ੍ਹਾਈ ਵਾਸਤੇ ਫੰਡ ਇਕੱਠਾ ਕਰਕੇ ਭੇਜਦੀ ਹੈ। ਆਸਟ੍ਰੇਲੀਆਈ ਨਾਗਰਿਕ ਸੰਸਦ ਵਿੱਚ ਆਦੀਵਾਸੀ ਭਾਈਚਾਰਿਆਂ ਦੇ ਵਿਚਾਰਾਂ ਦੀ ਨੁਮਾਇੰਦਗੀ ਕਰਨ ਵਾਲੀ ਇੱਕ ਸੰਘੀ ਸਲਾਹਕਾਰ ਸੰਸਥਾ ਇੰਡੀਜੀਨਸ ਵਾਇਸ ਟੂ ਪਾਰਲੀਮੈਂਟ ਨੂੰ ਬਣਾਉਣ ਲਈ ਪ੍ਰਸਤਾਵਿਤ ਕਾਨੂੰਨ ਤੇ ਰਾਏਸ਼ੁਮਾਰੀ ਤਹਿਤ 14 ਅਕਤੂਬਰ ਨੂੰ ਵੋਟ ਪਾਉਣਗੇ। ਇਹ 1999 ਤੋਂ ਬਾਅਦ ਆਸਟ੍ਰੇਲੀਆ ਵਿੱਚ ਪਹਿਲੀ ਰਾਏਸ਼ੁਮਾਰੀ ਹੋਵੇਗੀ। ਦੇਸ਼ ਵਿੱਚ 1977 ਤੋਂ ਬਾਅਦ ਰਾਏਸ਼ੁਮਾਰੀ ਦੇ ਤਹਿਤ ਕਿਸੇ ਵੀ ਪ੍ਰਸਤਾਵ ਨੂੰ ਮਨਜ਼ੂਰੀ ਨਹੀਂ ਮਿਲੀ ਹੈ। ਪ੍ਰਧਾਨ ਮੰਤਰੀ ਐਂਥਨੀ ਐਲਬਾਨੀਜ਼ ਨੇ ਬੁੱਧਵਾਰ ਨੂੰ ਰਾਏਸ਼ੁਮਾਰੀ ਦੀ ਤਾਰੀਖ ਦਾ ਐਲਾਨ ਕੀਤਾ। ਦੋਵਾਂ ਧਿਰਾਂ ਵੱਲੋਂ ਇਸ ਮੁੱਦੇ ਤੇ ਹਮਲਾਵਰ ਪ੍ਰਚਾਰ ਮੁਹਿੰਮ ਦੇ 6 ਹਫ਼ਤਿਆਂ ਤੇ ਵੱਧ ਸਮੇਂ ਬਾਅਦ ਰਾਏਸ਼ੁਮਾਰੀ ਦੀ ਤਾਰੀਖ ਦਾ ਐਲਾਨ ਕੀਤਾ ਗਿਆ। ਇਹ ਰਾਏਸ਼ੁਮਾਰੀ ਸੰਵਿਧਾਨ ਵਿੱਚ ਇੰਡੀਜੀਨਸ ਵਾਇਸ ਟੂ ਪਾਰਲੀਮੈਂਟ ਨੂੰ ਇੱਕ ਸਥਾਈ ਸਥਾਨ ਦੇਣਾ ਹੋਵੇਗਾ। ਇਸ ਸੰਸਥਾ ਦਾ ਉਦੇਸ਼ ਦੇਸ਼ ਦੇ ਸਭ ਤੋਂ ਵੱਧ ਵਾਂਝੇ ਨਸਲੀ ਘੱਟ ਗਿਣਤੀ ਭਾਈਚਾਰਿਆਂ ਨੂੰ ਸਰਕਾਰੀ ਨੀਤੀਆਂ ਤੇ ਵਧੇਰੇ ਅਧਿਕਾਰ ਦੇਣਾ ਹੈ। ਐਲਬਾਨੀਜ਼ ਨੇ ਲੋਕਾਂ ਨੂੰ ਇਸ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ ਹੈ। ਪ੍ਰੀ ਪੋਲ ਸਰਵੇਖਣ ਤੋਂ ਪਤਾ ਲੱਗਦਾ ਹੈ ਕਿ ਆਸਟ੍ਰੇਲੀਆ ਦਾ 80% ਤੋਂ ਵੱਧ ਆਦੀਵਾਸੀ ਆਬਾਦੀ ਇਸ ਦੇ ਹੱਕ ਵਿੱਚ ਵੋਟ ਪਾਏਗੀ।
ਇਸ ਪ੍ਰਸਤਾਵਿਤ ਕਾਨੂੰਨ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਇਸ ਨਾਲ ਆਦੀਵਾਸੀਆਂ ਨੂੰ ਸਰਕਾਰੀ ਨੀਤੀਆਂ ਵਿੱਚ ਵਧੇਰੇ ਅਧਿਕਾਰ ਮਿਲਣਗੇ, ਜਿਸ ਨਾਲ ਉਹਨਾਂ ਦਾ ਸ਼ੋਸ਼ਣ ਘੱਟ ਹੋਵੇਗਾ। ਉੱਥੇ ਹੀ ਵਿਰੋਧੀ ਦਲੀਲ ਦਿੰਦੇ ਨੇ ਕਿ ਅਦਾਲਤਾਂ ਵੌਇਸ ਦੀਆਂ ਸੰਵਿਧਾਨਿਕ ਸ਼ਕਤੀਆਂ ਦੀ ਅਣਪਛਾਤੇ ਤਰੀਕਿਆਂ ਨਾਲ ਵਿਆਖਿਆ ਕਰ ਸਕਦੀਆਂ ਨੇ, ਜਿਸ ਨਾਲ ਕਾਨੂੰਨੀ ਅਨਿਸ਼ਚਿਤਤਾ ਪੈਦਾ ਹੋ ਸਕਦੀ ਹੈ। ਬ੍ਰਿਟੇਨ ਦੀ ਸਰਕਾਰੀ ਨੈਸ਼ਨਲ ਹੈਲਥ ਸਰਵਿਸ ਇੰਗਲੈਂਡ ਵਿੱਚ ਸੈਂਕੜੇ ਮਰੀਜ਼ਾਂ ਨੂੰ ਕੈਂਸਰ ਦੇ ਇਲਾਜ ਲਈ ਟੀਕੇ ਦੀ ਪੇਸ਼ਕਸ਼ ਕਰਨ ਵਾਲੀ ਦੁਨੀਆ ਦੀ ਪਹਿਲੀ ਏਜੰਸੀ ਹੋਵੇਗੀ। ਇਸ ਨਾਲ ਕੈਂਸਰ ਦੇ ਇਲਾਜ ਲਈ ਲੱਗਣ ਵਾਲੇ ਸਮੇਂ ਨੂੰ 3/4 ਤੱਕ ਘਟਾਇਆ ਜਾ ਸਕਦਾ ਹੈ। ਦਵਾਈਆਂ ਅਤੇ ਸਿਹਤ ਸੰਭਾਲ ਉਤਪਾਦਾਂ ਦੀ ਰੈਗੂਲੇਟਰੀ ਏਜੰਸੀ ਤੋਂ ਮਨਜ਼ੂਰੀ ਤੋਂ ਬਾਅਦ NHS ਇੰਗਲੈਂਡ ਨੇ ਮੰਗਲਵਾਰ ਨੂੰ ਕਿਹਾ ਕਿ ਇਸ ਥੈਰੇਪੀ ਨਾਲ ਇਲਾਜ ਕੀਤੇ ਜਾ ਰਹੇ ਸੈਂਕੜੇ ਮਰੀਜ਼ਾਂ ਨੂੰ ਚਮੜੀ ਦੇ ਹੇਠਾਂ ਟੀਕਾ ਲਗਾਇਆ ਜਾਵੇਗਾ। ਇਸ ਨਾਲ ਕੈਂਸਰ ਟੀਮਾਂ ਨੂੰ ਇਲਾਜ ਲਈ ਵਧੇਰੇ ਸਮਾਂ ਮਿਲੇਗਾ। ਵੈਸਟ ਸਫੋਲਕ NHS ਫਾਊਂਡੇਸ਼ਨ ਟਰਸਟ ਦੇ ਸਲਾਹਕਾਰ ਅਨਕੋਲੋਜਿਸਟ ਡਾਕਟਰ ਅਲੈਗਜ਼ੈਂਡਰ ਮਾਰਟਿਨ ਨੇ ਕਿਹਾ ਕਿ ਇਸ ਮਨਜ਼ੂਰੀ ਨਾਲ ਨਾ ਸਿਰਫ ਸਾਨੂੰ ਆਪਣੇ ਮਰੀਜ਼ਾਂ ਦੀ ਦੇਖਭਾਲ ਜਾਰੀ ਰੱਖਣ ਵਿੱਚ ਮਦਦ ਮਿਲੇਗੀ, ਸਗੋਂ ਇਹ ਸਾਡੀਆਂ ਟੀਮਾਂ ਨੂੰ ਦਿਨ ਭਰ ਹੋਰ ਮਰੀਜ਼ਾਂ ਦਾ ਇਲਾਜ ਕਰਨ ਵਿੱਚ ਵੀ ਮਦਦ ਦੇਵੇਗੀ। NHS ਇੰਗਲੈਂਡ ਨੈਸ਼ਨਲ ਹੈਲਥ ਸਿਸਟਮ ਇੰਗਲੈਂਡ ਨੇ ਦੱਸਿਆ ਕਿ ਆਮ ਤੌਰ ਤੇ ਹੈਲਥ ਟੌਨਿਕਸ ਨੂੰ ਮਰੀਜ਼ਾਂ ਨੂੰ ਉਹਨਾਂ ਦੀਆਂ ਨਾੜੀਆਂ ਵਿੱਚ ਡ੍ਰਿਪ ਰਾਹੀਂ ਦਿੱਤਾ ਜਾਂਦਾ ਹੈ, ਪਰ ਜਦੋਂ ਨਾੜੀਆਂ ਦੀ ਪਛਾਣ ਕਰਨੀ ਔਖੀ ਹੋ ਜਾਂਦੀ ਹੈ ਤਾਂ ਇਹ ਟ੍ਰਿਪ ਮਰੀਜ਼ਾਂ ਨੂੰ ਲਗਾਉਣ ਲਈ ਲਗਭਗ 30 ਮਿੰਟ ਜਾਂ 1 ਘੰਟੇ ਤੱਕ ਦਾ ਸਮਾਂ ਲੈਂਦੀ ਹੈ। ਰੋਸ਼ ਪ੍ਰੋਡਕਟਸ ਲਿਮਟਿਡ ਦੇ ਮੈਡੀਕਲ ਡਾਇਰੈਕਟਰ ਮਾਰੀਅਸ ਸੋਲਟਸ ਨੇ ਕਿਹਾ ਕਿ ਇਸ ਨੂੰ ਸਿੱਧੇ ਨਾੜੀ ਵਿੱਚ ਭੇਜਣ ਦਾ ਵਿਧੀ ਨਾਲ ਇਸ ਨੂੰ ਪਿਛਲੇ 30 ਤੋਂ 60 ਮਿੰਟਾਂ ਦੇ ਮੁਕਾਬਲੇ ਹੁਣ ਲਗਭਗ 7 ਮਿੰਟ ਲੱਗਦੇ ਨੇ। ਇੱਥੇ ਦੱਸ ਦਈਏ ਕਿ ਇਸ ਕੰਪਨੀ ਜੈਨਰਿਕ ਦੁਆਰਾ ਬਣਾਈ ਗਈ ਦਵਾਈ ਨੂੰ ਇਹ ਇੱਕ ਇਮਿਊਨੋਥੈਰੇਪੀ ਦਵਾਈ ਹੈ ਜੋ ਕਿ ਮਰੀਜ਼ ਦੀ ਆਪਣੀ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਅਤੇ ਕੈਂਸਰ ਸੈੱਲਾਂ ਨੂੰ ਲੱਭਣ ਅਤੇ ਨਸ਼ਟ ਕਰਨ ਦੇ ਸਮਰੱਥ ਬਣਾਉਂਦੀ ਹੈ। ਇਹ ਵਰਤਮਾਨ ਸਮੇਂ ਵਿੱਚ ਫੇਫੜੇ, ਛਾਤੀ, ਜਿਗਰ ਅਤੇ ਬਲੈਡਰ ਸਮੇਤ ਕਈ ਤਰ੍ਹਾਂ ਦੇ ਕੈਂਸਰਾਂ ਵਾਲੇ NHS ਮਰੀਜ਼ਾਂ ਦਾ ਇਲਾਜ ਕਰ ਰਹੀ ਹੈ। ਬ੍ਰਿਟੇਨ ਦੀ ਰਾਜਧਾਨੀ ਲੰਡਨ ਵਿੱਚ ਮੰਗਲਵਾਰ ਨੂੰ ਪੁਰਾਣੇ ਵਾਹਨਾਂ ਤੇ ਲਗਾਈ ਗਈ ਪ੍ਰਦੂਸ਼ਣ ਵਿਰੋਧੀ ਫੀਸ ਦੇ ਵਿਰੁੱਧ ਲੋਕਾਂ ਨੇ ਸੜਕਾਂ ਤੇ ਲੱਗੇ ਟ੍ਰੈਫਿਕ ਮੋਨੀਟਰਿੰਗ ਕੈਮਰੇ ਤੋੜ ਦਿੱਤੇ। ਆਪਣੇ ਆਪ ਨੂੰ ਬਲੇਡ ਰਨਰਸ ਕਹਾਉਣ ਵਾਲੇ ਪ੍ਰਦਰਸ਼ਨਕਾਰੀਆਂ ਦੀਆਂ ਕੀਤੀਆਂ ਗਈਆਂ ਭੰਨਤੋੜ ਦਰਸਾਉਂਦੀਆਂ ਸ਼ਹਿਰ ਦੇ ਅਲਟਰਾ ਲੋ ਐਮੀਨੇਸ਼ਨ ਜ਼ੋਨ ਦੀਆਂ ਤਸਵੀਰਾਂ ਨੂੰ ਲੈ ਕੇ ਲੋਕਾਂ ਵਿੱਚ ਬਹੁਤ ਗੁੱਸਾ ਹੈ। 2006 ਤੋਂ ਪਹਿਲਾਂ ਬਣੀਆਂ ਜ਼ਿਆਦਾਤਰ ਗੈਸ ਕਾਰਾਂ ਅਤੇ ਵੈਨਾਂ ਅਤੇ 2015 ਤੋਂ ਪਹਿਲਾਂ ਬਣੀਆਂ ਡੀਜ਼ਲ ਗੱਡੀਆਂ ਨੂੰ ਲੰਡਨ ਦੇ ULEZ ਜ਼ੋਨਾਂ ਵਿੱਚ ਲਗਭਗ $16 ਰੋਜ਼ਾਨਾ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨੂੰ 2019 ਵਿੱਚ ਕੇਂਦਰੀ ਲੰਡਨ ਵਿੱਚ ਲਾਗੂ ਕੀਤਾ ਗਿਆ ਸੀ ਅਤੇ 2021 ਵਿੱਚ ਸ਼ਹਿਰ ਦੇ ਉਪ ਨਗਰਾਂ ਵਿੱਚ ਫੈਲਾਇਆ ਗਿਆ ਸੀ। ਇਹ ਮੰਗਲਵਾਰ ਤੋਂ ਗ੍ਰੇਟਰ ਲੰਡਨ ਵਿੱਚ ਵੀ ਲਾਗੂ ਹੋ ਗਿਆ ਹੈ। ਲੰਡਨ ਦੇ ਮੇਅਰ ਸਾਦਿਕ ਖਾਨ ਨੇ ਕਿਹਾ ਕਿ ਇਹ ਕਦਮ ਹਵਾ ਪ੍ਰਦੂਸ਼ਣ ਨੂੰ ਘਟਾ ਦੇਵੇਗਾ ਜੋ ਹਰ ਸਾਲ ਬ੍ਰਿਟਿਸ਼ ਰਾਜਧਾਨੀ ਵਿੱਚ ਲਗਭਗ 4000 ਲੋਕਾਂ ਦੀ ਮੌਤ ਦਾ ਕਾਰਨ ਬਣਦਾ ਹੈ। ਉਹਨਾਂ ਕਿਹਾ ਕਿ ULEZ ਖੇਤਰ ਦੇ ਵਿਸਤਾਰ ਦਾ ਮਤਲਬ ਹੈ ਕਿ 5 ਮਿਲੀਅਨ ਹੋਰ ਲੰਡਨ ਵਾਸੀ ਸਾਫ਼ ਹਵਾ ਵਿੱਚ ਸਾਹ ਲੈ ਸਕਣਗੇ। ਇਹ ਇੱਕ ਮੁਸ਼ਕਿਲ ਫੈਸਲਾ ਸੀ ਪਰ ਇਹ ਮਹੱਤਵਪੂਰਨ ਅਤੇ ਜ਼ਰੂਰੀ ਸੀ। ਪ੍ਰਧਾਨ ਮੰਤਰੀ ਰਿਸ਼ੀ ਸੁਨਕ ਇਸ ਫੀਸ ਦਾ ਵਿਰੋਧ ਕਰਦੇ ਰਹੇ ਨੇ। ਉਹਨਾਂ ਨੇ ਮੰਗਲਵਾਰ ਨੂੰ ਕਿਹਾ ਕਿ ਨਵੀਂ ਕਾਰ ਫੀਸ ਨਾਲ ਬਹੁਤ ਸਾਰੇ ਕੰਮਕਾਜੀ ਪਰਿਵਾਰਾਂ ਨੂੰ ਨੁਕਸਾਨ ਹੋਵੇਗਾ। ਮੈਨੂੰ ਨਹੀਂ ਲੱਗਦਾ ਕਿ ਇਹ ਸਹੀ ਤਰਜੀਹ ਹੈ। ਹਾਲਾਂਕਿ ਸੁਨਕ ਸਰਕਾਰ ਦਾ ਕਹਿਣਾ ਹੈ ਕਿ ਉਹ 2030 ਤੱਕ ਨਵੀਆਂ ਗੈਸ ਅਤੇ ਡੀਜ਼ਲ ਕਾਰਾਂ ਦੀ ਵਿਕਰੀ ਤੇ ਪਾਬੰਦੀ ਲਗਾਉਣ ਅਤੇ 2050 ਤੱਕ ਸ਼ੁੱਧ ਜ਼ੀਰੋ ਕਾਰਬਨ ਨਿਕਾਸੀ ਨੂੰ ਪ੍ਰਾਪਤ ਕਰਨ ਲਈ ਵਚਨਬੱਧ ਹੈ। ਭਾਰਤ ਵਿੱਚ ਇਸ ਸਾਲ G20 ਦੇਸ਼ਾਂ ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਸੰਮੇਲਨ ਵਿੱਚ ਭਾਰਤੀ ਮੂਲ ਦੇ ਰਿਸ਼ੀ ਸੁਨਕ ਪਹਿਲੀ ਵਾਰ ਬਰਤਾਨੀਆ ਦੇ ਪ੍ਰਧਾਨ ਮੰਤਰੀ ਵਜੋਂ ਭਾਰਤ ਦਾ ਦੌਰਾ ਕਰਨਗੇ। ਇਸ ਸੰਮੇਲਨ ਦੌਰਾਨ ਉਮੀਦ ਕੀਤੀ ਜਾ ਰਹੀ ਸੀ ਕਿ ਦੋਵਾਂ ਦੇਸ਼ਾਂ ਵਿਚਾਲੇ ਲੰਮੇ ਸਮੇਂ ਤੋਂ ਚਰਚਾ ਵਿੱਚ ਆਏ ਮੁਕਤ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦਿੱਤਾ ਜਾ ਸਕਦਾ ਹੈ। ਸੰਮੇਲਨ ਤੋਂ ਪਹਿਲਾਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀਆਂ ਮੁਸ਼ਕਿਲਾਂ ਵੱਧਦੀਆਂ ਨਜ਼ਰ ਆ ਰਹੀਆਂ ਨੇ। ਇੱਕ ਰਿਪੋਰਟ ਮੁਤਾਬਿਕ ਰਿਸ਼ੀ ਸੁਨਕ ਨੂੰ ਭਾਰਤ ਨਾਲ ਪ੍ਰਸਤਾਵਿਤ ਮੁਕਤ ਵਪਾਰ ਸਮਝੌਤੇ ਨੂੰ ਲੈ ਕੇ ਪਤਨੀ ਅਕਸ਼ਤਾ ਮੂਰਤੀ ਦੇ ਅੰਦਾਜ਼ਨ 500 ਮਿਲੀਅਨ ਪਾਉਂਡ ਮੁੱਲ ਦੇ ਇਨਫੋਸਿਸ ਦੇ ਸ਼ੇਅਰਾਂ ਨਾਲ ਜੁੜੇ ਕੁਝ ਸਵਾਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰਿਸ਼ੀ ਸੁਨਕ ਦੀ ਪਤਨੀ ਅਕਸ਼ਤਾ ਮੂਰਤੀ ਬ੍ਰਿਟੇਨ ਦੀਆਂ ਸਭ ਤੋਂ ਅਮੀਰ ਔਰਤਾਂ ਦੀ ਸੂਚੀ ਵਿੱਚ ਸ਼ਾਮਿਲ ਹੈ। ਉਹ ਭਾਰਤ ਦੇ ਉੱਘੇ ਉਦਯੋਗਪਤੀ ਅਤੇ ਇਨਫੋਸਿਸ ਕੰਪਨੀ ਦੇ ਸੰਸਥਾਪਕ NR ਨਾਰਾਇਣ ਮੂਰਤੀ ਦੀ ਧੀ ਹੈ। ਸੁਨਕ ਅਤੇ ਅਕਸ਼ਤਾ ਮੂਰਤੀ ਦਾ ਵਿਆਹ ਸਾਲ 2009 ਵਿੱਚ ਹੋਇਆ ਸੀ। ਦੱਸ ਦਈਏ ਕਿ PM ਬਣਨ ਤੋਂ ਬਾਅਦ ਸੁਨਕ ਆਪਣੀ ਪਤਨੀ ਦੀ ਜਾਇਦਾਦ ਨੂੰ ਲੈ ਕੇ ਅਕਸਰ ਵਿਰੋਧੀ ਧਿਰ ਦੇ ਨਿਸ਼ਾਨੇ ਤੇ ਰਹਿੰਦੇ ਨੇ। ਉਸ ਦੀ ਇਹ ਦੌਲਤ ਭਾਰਤ ਅਤੇ ਬਰਤਾਨੀਆ ਦਰਮਿਆਨ ਮੁਕਤ ਵਪਾਰ ਸਮਝੌਤੇ ਵਿੱਚ ਰੁਕਾਵਟ ਬਣ ਸਕਦੀ ਹੈ। ਮੁਕਤ ਵਪਾਰ ਸਮਝੌਤੇ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਕਈ ਨਿਯਮ ਅਤੇ ਟੈਕਸ ਪ੍ਰਣਾਲੀਆਂ ਨੂੰ ਸਰਲ ਬਣਾਇਆ ਗਿਆ ਹੈ।
ਤਾਂ ਜੋ ਇੱਕ ਦੂਜੇ ਨਾਲ ਵਪਾਰ ਨੂੰ ਅੱਗੇ ਵਧਾਇਆ ਜਾ ਸਕੇ। ਬ੍ਰਿਟੇਨ ਅਤੇ ਭਾਰਤ ਲਗਾਤਾਰ ਮੁਕਤ ਵਪਾਰ ਸਮਝੌਤੇ ਤੇ ਗੱਲਬਾਤ ਕਰਦੇ ਰਹੇ ਨੇ। ਇਹ ਹੁਣ ਗੱਲਬਾਤ ਦਾ 12ਵਾਂ ਦੌਰ ਹੋਵੇਗਾ। ਤੁਹਾਨੂੰ ਦੱਸ ਦਈਏ ਕਿ ਸੁਨਕ ਅਗਲੇ ਮਹੀਨੇ G20 ਨੇਤਾਵਾਂ ਦੇ ਸੰਮੇਲਨ ਲਈ ਯੂਕੇ ਦੇ ਪ੍ਰਧਾਨ ਮੰਤਰੀ ਵਜੋਂ ਆਪਣੀ ਪਹਿਲੀ ਭਾਰਤ ਫੇਰੀ ਦੀ ਤਿਆਰੀ ਕਰ ਰਹੇ ਨੇ। ਪ੍ਰਧਾਨ ਮੰਤਰੀ ਰਿਸ਼ੀ ਸੁਨਕ ਇਨਫੋਸਿਸ ਵਿੱਚ ਅਕਸ਼ਤਾ ਮੂਰਤੀ ਦੀ ਹਿੱਸੇਦਾਰੀ ਕਾਰਨ ਹਿੱਤਾਂ ਦੇ ਟਕਰਾਅ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਨੇ। ਕਮੇਟੀ ਵਿੱਚ ਸਾਰੀਆਂ ਪਾਰਟੀਆਂ ਦੀ ਮੈਂਬਰਸ਼ਿਪ ਹੈ ਅਤੇ ਇਸ ਦੀ ਪ੍ਰਧਾਨਗੀ ਲੇਬਰ ਪਾਰਟੀ ਦੇ ਡੈਰੇਨ ਜ਼ੋਨ ਕਰਦੇ ਨੇ। ਕਮੇਟੀ ਦਾ ਕਹਿਣਾ ਹੈ ਕਿ ਇਸ ਸਮਝੌਤੇ ਨਾਲ ਇਨਫੋਸਿਸ ਨੂੰ ਕਾਫੀ ਫਾਇਦਾ ਹੋਣ ਵਾਲਾ ਹੈ। ਕਮੇਟੀ ਦੇ ਸੁਨਕ ਨੂੰ ਇਸ ਵਪਾਰਕ ਸਮਝੌਤੇ ਦੀ ਗੱਲਬਾਤ ਤੋਂ ਆਪਣੇ ਆਪ ਨੂੰ ਵੱਖ ਕਰਨ ਦੀ ਸਲਾਹ ਵੀ ਦਿੱਤੀ ਜਾਂਦੀ ਹੈ। ਇਸ ਹਫ਼ਤੇ ਦੇ ਸ਼ੁਰੂ ਵਿੱਚ ਬ੍ਰਿਟੇਨ ਦੀ ਸੰਸਦੀ ਨਿਗਰਾਨ ਸੰਸਥਾ ਨੇ ਆਪਣੀ ਜਾਂਚ ਦੀ ਇੱਕ ਰਿਪੋਰਟ ਜਾਰੀ ਕੀਤੀ ਹੈ। ਰਿਪੋਰਟ ਵਿੱਚ ਉਹਨਾਂ ਨੇ ਕਿਹਾ ਕਿ ਸੁਨਕ ਅਣਜਾਣੇ ਵਿੱਚ ਕੰਪਨੀ ਕੋਰੂ ਕਿਡਜ਼ ਵਿੱਚ ਆਪਣੀ ਪਤਨੀ ਦੇ ਸ਼ੇਅਰਾਂ ਦੀ ਸਹੀ ਘੋਸ਼ਣਾ ਕਰਨ ਵਿੱਚ ਅਸਫਲ ਰਹੇ, ਜਿਸ ਨੂੰ ਸਰਕਾਰ ਦੀ ਬਜਟ ਨੀਤੀ ਤੋਂ ਲਾਭ ਮਿਲਣਾ ਸੀ। ਭਾਰਤੀ ਮੂਲ ਦੇ ਬ੍ਰਿਟਿਸ਼ ਨੇਤਾ ਸੁਨਕ ਨੇ ਭੰਬਲ-ਭੂਸੇ ਕਾਰਨ ਅਣਜਾਣੇ ਵਿੱਚ ਹੋਈ ਉਲੰਘਣਾ ਲਈ ਮੁਆਫੀ ਮੰਗੀ ਅਤੇ ਮਾਮਲਾ ਬੰਦ ਕਰ ਦਿੱਤਾ ਗਿਆ। ਦੱਖਣੀ ਅਫਰੀਕਾ ਦੇ ਜੋਹਾਨਸਬਰਗ ਵਿੱਚ ਇੱਕ 5 ਮੰਜ਼ਿਲਾ ਇਮਾਰਤ ਵਿੱਚ ਅੱਗ ਲੱਗਣ ਕਾਰਨ 63 ਲੋਕਾਂ ਦੀ ਮੌਤ ਹੋ ਗਈ। ਇਹਨਾਂ ਵਿੱਚ ਇੱਕ ਬੱਚਾ ਵੀ ਸ਼ਾਮਿਲ ਹੈ, ਜਦਕਿ ਇਸ ਘਟਨਾ ਵਿੱਚ 40 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਜ਼ਖਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲਾਂ ਵਿੱਚ ਭੇਜਿਆ ਜਾ ਰਿਹਾ ਹੈ। ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਹੈ। ਜਾਣਕਾਰੀ ਅਨੁਸਾਰ 5 ਮੰਜ਼ਿਲਾ ਇਮਾਰਤ ਵਿੱਚ ਅੱਗ ਸਵੇਰੇ ਲੱਗੀ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ਤੇ ਰਵਾਨਾ ਹੋ ਗਈਆਂ। ਹੁਣ ਤੱਕ 63 ਲਾਸ਼ਾਂ ਮਿਲੀਆਂ ਨੇ, ਜਿਨ੍ਹਾਂ ਨੂੰ ਬਰਾਮਦ ਕਰ ਲਿਆ ਗਿਆ ਅਤੇ ਜ਼ਖਮੀ ਦਾ ਇਲਾਜ ਚੱਲ ਰਿਹਾ ਹੈ। ਸੁਰੱਖਿਆ ਕਰਮਚਾਰੀ ਵੱਲੋਂ ਅੱਗ ਬੁਝਾਉਣ ਅਤੇ ਫਸੇ ਲੋਕਾਂ ਨੂੰ ਕੱਢਣ ਦਾ ਕੰਮ ਜਾਰੀ ਹੈ। ਸਾਰੇ ਲੋਕਾਂ ਨੂੰ ਇਮਾਰਤ ਵਿੱਚੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਅੱਗ ਨੂੰ ਕਾਫੀ ਹੱਦ ਤੱਕ ਬੁਝਾਇਆ ਗਿਆ ਸੀ, ਪਰ ਡਾਊਨਟਾਊਨ ਜੋਹਾਨਸਬਰਗ ਦੀਆਂ ਇਮਾਰਤਾਂ ਕਾਲੀਆਂ ਹੋ ਗਈਆਂ ਸਨ ਅਤੇ ਉਹਨਾਂ ਵਿੱਚੋਂ ਅਜੇ ਵੀ ਧੂੰਆਂ ਨਿਕਲ ਰਿਹਾ ਸੀ। ਇਸ ਦੇ ਨਾਲ ਹੀ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਿਆ। ਮੀਡੀਆ ਰਿਪੋਰਟ ਮੁਤਾਬਕ ਜਿਸ ਬਹੁ ਮੰਜ਼ਲੀ ਇਮਾਰਤ ਵਿੱਚ ਅੱਗ ਲੱਗੀ, ਉਸ ਵਿੱਚ 200 ਦੇ ਕਰੀਬ ਬੇਘਰ ਲੋਕ ਰਹਿ ਰਹੇ ਸਨ। ਫਿਲੀਪੀਨ ਦੇ ਇੱਕ ਰਿਹਾਇਸ਼ੀ ਖੇਤਰ ਵਿੱਚ ਇੱਕ ਛੋਟੀ ਜਿਹੀ ਕੱਪੜਾ ਫੈਕਟਰੀ ਵਿੱਚ ਵੀਰਵਾਰ ਨੂੰ ਅੱਗ ਲੱਗਣ ਕਾਰਨ 15 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਅੱਗ ਬੁਝਾਉਣ ਵਾਲੇ ਕਰਮਚਾਰੀਆਂ ਨੂੰ ਹੜ੍ਹ, ਆਵਾਜਾਈ ਜਾਮ ਅਤੇ ਗਲਤ ਪਤੇ ਕਾਰਨ ਪਹੁੰਚਣ ਵਿੱਚ ਦੇਰੀ ਹੋਈ। ਇੱਕ ਅੱਗ ਸੁਰੱਖਿਆ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਕਿ ਫੈਕਟਰੀ ਵਰਕਰ ਅਤੇ ਤਰਖਾਣ ਸਨ ਜੋ ਵੀਰਵਾਰ ਸਵੇਰੇ ਜਦੋਂ ਅੱਗ ਲੱਗੀ ਉਸ ਸਮੇਂ ਉਹ ਕਮਰਿਆਂ ਵਿੱਚ ਸੌਂ ਰਹੇ ਸਨ। ਬਿਊਰੋ ਆਫ ਫਾਇਰ ਪ੍ਰੋਟੈਕਸ਼ਨ ਦੇ ਨਾਹੂਨ ਤਰੋਜ਼ਾ ਨੇ ਦੱਸਿਆ ਕਿ ਕੁਝ ਲੋਕ ਕਮਰੇ ਦੇ ਬਾਹਰ ਇੱਕ ਬਰਾਮਦੇ ਵਿੱਚ ਮ੍ਰਿਤਕ ਪਾਏ ਗਏ। ਮਰਨ ਵਾਲਿਆਂ ਵਿੱਚ ਫੈਕਟਰੀ ਮਾਲਕ ਅਤੇ ਉਸ ਦਾ ਬੱਚਾ ਵੀ ਸ਼ਾਮਿਲ ਨੇ। ਤਰੋਜ਼ਾ ਨੇ ਦੱਸਿਆ ਕਿ ਘਬਰਾਹਟ ਵਿੱਚ 2 ਮੰਜ਼ਿਲਾ ਫੈਕਟਰੀ ਦੀ ਦੂਜੀ ਮੰਜ਼ਿਲ ਤੋਂ ਛਾਲ ਮਾਰ ਕੇ 3 ਲੋਕ ਜ਼ਖਮੀ ਹੋ ਗਏ। ਤਿੰਨਾਂ ਨੂੰ ਹਸਪਤਾਲ ਲਿਜਾਇਆ ਗਿਆ। ਤਰੋਜ਼ਾ ਨੇ ਦੱਸਿਆ ਕਿ ਹੜ੍ਹ ਅਤੇ ਟ੍ਰੈਫਿਕ ਜਾਮ ਹੋਣ ਤੋਂ ਬਾਅਦ ਫਾਇਰ ਫਾਈਟਰ ਲਗਭਗ 14 ਮਿੰਟਾਂ ਵਿੱਚ ਪਹੁੰਚੇ ਅਤੇ ਅੱਗ ਬੁਝਾਉਣ ਵਾਲਿਆਂ ਨੂੰ ਗਲਤ ਪਤਾ ਦੱਸੇ ਜਾਣ ਕਾਰਨ ਵੀ ਉਹਨਾਂ ਨੂੰ ਪਹੁੰਚਣ ਵਿੱਚ ਦੇਰੀ ਹੋਈ। ਉਪਨਗਰੀ ਕਿਊਜ਼ਨ ਸ਼ਹਿਰ ਦੇ ਤੰਦਾਂਕ ਸੋਰਾ ਪਿੰਡ ਵਿੱਚ ਪਲੇਜ਼ੈਂਟ ਵਿਊ ਰਾਇਸ਼ੀ ਐਨਕਲੇਵ ਵਿੱਚ ਲੱਗੀ ਅੱਗ ਨੇ 2 ਘੰਟਿਆਂ ਵਿੱਚ ਤਬਾਹੀ ਮਚਾਈ ਤੇ ਉਸ ਨੂੰ ਫਿਰ ਬੁਝਾ ਦਿੱਤਾ ਗਿਆ। ਅੱਗ ਲੱਗਣ ਦੇ ਕਾਰਨ ਦੀ ਜਾਂਚ ਜਾਰੀ ਹੈ। ਪਿੰਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਫੈਕਟਰੀ ਵਿੱਚ ਕੱਪੜਾ ਬਣਾਉਣ ਵਿੱਚ ਵਰਤੀ ਜਾਣ ਵਾਲੀ ਜਲਣਸ਼ੀਲ ਸਮੱਗਰੀ ਅਤੇ ਟੈਕਸਟਾਈਲ ਸਟੋਰ ਕੀਤੀ ਜਾਂਦੀ ਸੀ ਅਤੇ ਵਪਾਰਕ ਪ੍ਰਚਾਰ ਲਈ ਵਰਤੀਆਂ ਜਾਣ ਵਾਲੀਆਂ ਕਮੀਜ਼ਾਂ ਤੇ ਡਿਜ਼ਾਈਨ ਵੀ ਛਾਪੇ ਜਾਂਦੇ ਸਨ। ਉੱਤਰੀ ਕੋਰੀਆ ਨੇ ਅੱਜ ਆਪਣੇ ਤਾਜ਼ਾ ਮਿਜ਼ਾਈਲ ਲਾਂਚ ਵਿੱਚ ਕਿਹਾ ਕਿ ਉਸ ਨੇ ਦੱਖਣੀ ਕੋਰੀਆ ਤੇ ਪਰਮਾਣੂ ਹਮਲੇ ਦੀ ਰਿਹਰਸਲ ਕੀਤੀ ਹੈ ਅਤੇ ਜੰਗ ਦੀ ਸਥਿਤੀ ਵਿੱਚ ਆਪਣੇ ਵਿਰੋਧੀਆਂ ਦੇ ਖੇਤਰ ਤੇ ਕਬਜ਼ਾ ਕਰਨ ਦਾ ਅਭਿਆਸ ਕਰ ਰਿਹਾ ਹੈ। ਉੱਤਰੀ ਕੋਰੀਆ, ਜਿਸ ਨੇ ਪਹਿਲਾਂ ਪਰਮਾਣੂ ਮਿਜ਼ਾਈਲਾਂ ਦਾ ਪਰੀਖਣ ਕੀਤਾ ਹੈ, ਉਸ ਨੇ ਦੱਸਿਆ ਕਿ ਉਹ ਦੱਖਣੀ ਕੋਰੀਆ ਅਤੇ ਅਮਰੀਕਾ ਨਾਲ ਸੰਭਾਵਿਤ ਯੁੱਧਾਂ ਵਿੱਚ ਉਹਨਾਂ ਦੀ ਵਰਤੋਂ ਕਿਵੇਂ ਕਰੇਗਾ। ਸੰਯੁਕਤ ਰਾਸ਼ਟਰ ਮੁਖੀ ਨੇ ਚੇਤਾਵਨੀ ਦਿੱਤੀ ਹੈ ਕਿ ਆਲਮੀ ਪੱਧਰ ਤੇ ਵੱਧਦੀ ਬੇਭਰੋਸਗੀ, ਵੱਖਰੇਵੇਂ ਅਤੇ ਵੱਖ-ਵੱਖ ਮੁਲਕਾਂ ਵੱਲੋਂ ਪਰਮਾਣੂ ਹਥਿਆਰਾਂ ਦੀ ਵਿਨਾਸ਼ਕਾਰੀ ਤਾਕਤ ਵਧਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤਬਾਹੀ ਦਾ ਪ੍ਰਬੰਧ ਨੇ। ਪਰਮਾਣੂ ਤਜਰਬਿਆਂ ਖਿਲਾਫ ਕੌਮਾਂਤਰੀ ਦਿਹਾੜੇ ਮੌਕੇ ਸਕੱਤਰ ਜਨਰਲ ਐਂਟੋਨੀਓ ਗੁਟਰੇਜ਼ ਨੇ ਇੱਕ ਬਿਆਨ ਵਿੱਚ ਕਿਹਾ ਕਿ 13,000 ਦੇ ਕਰੀਬ ਪਰਮਾਣੂ ਹਥਿਆਰਾਂ ਦਾ ਵਿਸ਼ਵ ਦੇ ਵੱਖ-ਵੱਖ ਹਿੱਸਿਆਂ ਵਿੱਚ ਭੰਡਾਰਨ ਕੀਤਾ ਗਿਆ ਹੈ। ਗੁਟਰੇਜ਼ ਨੇ ਕਿਹਾ ਕਿ ਪਰਮਾਣੂ ਤਜਰਬਿਆਂ ਤੇ ਪਾਬੰਦੀ ਦੀ ਕਾਨੂੰਨੀ ਪਾਲਣਾ ਕੁੱਲ ਆਲਮ ਨੂੰ ਪਰਮਾਣੂ ਹਥਿਆਰਾਂ ਤੋਂ ਮੁਕਤ ਵਿਸ਼ਵ ਦੀ ਸਾਡੀ ਭਾਲ ਦੀ ਦਿਸ਼ਾ ਵਿੱਚ ਮੌਲਿਕ ਪੇਸ਼ਕਦਮੀ ਹੈ। ਕੰਪਰੀਹੈਂਸਿਵ ਨਿਊਕਲੀਅਰ ਟੈਸਟ ਬੈਨ ਟ੍ਰੀਟੀ CTBT ਵਿੱਚ 196 ਮੈਂਬਰ ਦੇਸ਼ ਸ਼ਾਮਿਲ ਨੇ।
ਚੰਦਰਯਾਨ 3 ਮਿਸ਼ਨ ਦਾ ਰੋਵਰ ਪ੍ਰਗਿਆਨ ਚੰਦਰਮਾ ਦੀ ਸੱਤਾ ਤੇ ਘੁੰਮ ਰਿਹਾ ਹੈ। ਰੋਵਰ ਚੰਦਰਮਾ ਤੋਂ ਲਗਾਤਾਰ ਮਹੱਤਵਪੂਰਨ ਜਾਣਕਾਰੀ ਇਕੱਠੀ ਕਰ ਰਿਹਾ ਹੈ ਅਤੇ ਚੰਦਰਮਾ ਦੀਆਂ ਤਸਵੀਰਾਂ ਵੀ ਲੈ ਰਿਹਾ ਹੈ। ਇਸ ਦੌਰਾਨ ਰੋਵਰ ਨੇ ਹੁਣ ਵਿਕਰਮ ਲੈਂਡਰ ਦੀ ਇੱਕ ਫੋਟੋ ਵੀ ਲਈ ਹੈ, ਜਿਸ ਨੂੰ ਇਸਰੋ ਨੇ ਬੁੱਧਵਾਰ 30 ਅਗਸਤ ਨੂੰ ਸਾਂਝਾ ਕੀਤਾ। ਇਸਰੋ ਨੇ ਟਵੀਟ ਕਰਕੇ ਕਿਹਾ ਕਿ ਸੀਮਾਵਾਂ ਤੋਂ ਪਰੇ, ਚੰਦਰਮਾ ਦੇ ਨਜ਼ਾਰੇ ਤੋਂ ਪਰੇ ਭਾਰਤ ਦੇ ਰੋਵਰ ਲਈ ਕੋਈ ਸੀਮਾਵਾਂ ਨਹੀਂ ਹਨ। ਇੱਕ ਵਾਰ ਫਿਰ ਪ੍ਰਗਿਆਨ ਨੇ ਵਿਕਰਮ ਨੂੰ ਆਪਣੇ ਕੈਮਰੇ ਵਿੱਚ ਕੈਦ ਕਰ ਲਿਆ। ਇਹ ਤਸਵੀਰ ਲਗਭਗ ਕਰੀਬ 15 ਮੀਟਰ ਦੀ ਦੂਰੀ ਤੋਂ ਕੈਦ ਕੀਤੀ ਗਈ। ਨੈਵ ਕੈਮਸ ਤੋਂ ਡਾਟਾ SAC/ISRO ਅਹਿਮਦਾਬਾਦ ਦੁਆਰਾ ਪ੍ਰੋਸੈਸ ਕੀਤਾ ਜਾਂਦਾ ਹੈ। ਇਸ ਤੋਂ ਪਹਿਲਾਂ ਦਿਨ ਵਿੱਚ ਵੀ ਇਸਰੋ ਨੇ ਵਿਕਰਮ ਲੈਂਡਰ ਦੀ ਇੱਕ ਫੋਟੋ ਜਾਰੀ ਕੀਤੀ ਸੀ, ਜੋ ਰੋਵਰ ਦੁਆਰਾ ਲਈ ਗਈ ਸੀ। ਇਸਰੋ ਨੇ ਦੱਸਿਆ ਕਿ ਇਹ ਤਸਵੀਰ ਰੋਵਰ ਤੇ ਲੱਗੇ ਨੈਵੀਗੇਸ਼ਨ ਕੈਮਰੇ ਨੈਵਕੈਮ ਤੋਂ ਲਈ ਗਈ ਹੈ। ਪੁਲਾੜ ਏਜੰਸੀ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ, ਮੁਸਕਰਾਓ, ਪ੍ਰਗਿਆਨ ਰੋਵਰ ਨੇ ਵਿਕਰਮ ਲੈਂਡਰ ਦੀ ਤਸਵੀਰ ਖਿੱਚ ਲਈ ਹੈ। ਇਹ ਤਸਵੀਰ ਬੁੱਧਵਾਰ ਸਵੇਰੇ 7:35 ਤੇ ਲਈ ਗਈ ਸੀ। ਪੰਜਾਬ ਸਰਕਾਰ ਨੇ ਪੰਚਾਇਤਾਂ ਭੰਗ ਕਰਨ ਦਾ ਫੈਸਲਾ ਵਾਪਸ ਲੈਣ ਦਾ ਐਲਾਨ ਕੀਤਾ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਰਵੀ ਸ਼ੰਕਰ ਝਾਅ ਦੀ ਅਗਵਾਈ ਵਾਲੇ ਬੈਂਚ ਅੱਗੇ ਪੇਸ਼ ਹੋ ਕੇ ਪੰਜਾਬ ਦੇ ਐਡਵੋਕੇਟ ਜਨਰਲ ਵਿਨੋਦ ਕਈ ਨੇ ਕਿਹਾ ਕਿ ਅਗਲੇ 2 ਦਿਨਾਂ ਵਿੱਚ ਨੋਟੀਫਿਕੇਸ਼ਨ ਵਾਪਸ ਲੈ ਲਿਆ ਜਾਵੇਗਾ। ਇਸ ਤੋਂ ਬਾਅਦ ਪੰਚਾਇਤਾਂ ਬਹਾਲ ਕਰ ਦਿੱਤੀਆਂ ਜਾਣਗੀਆਂ। ਪੰਜਾਬ ਸਰਕਾਰ ਵੱਲੋਂ ਪੰਚਾਇਤਾਂ ਭੰਗ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਬਾਅਦ ਇਸ ਖਿਲਾਫ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਸੀ। ਪਟੀਸ਼ਨ ਵਿੱਚ ਕਿਹਾ ਗਿਆ ਕਿ 10 ਅਗਸਤ ਦਾ ਨੋਟੀਫਿਕੇਸ਼ਨ ਪੂਰੀ ਤਰ੍ਹਾਂ ਨਾਜਾਇਜ਼ ਹੈ। ਪੰਜਾਬ ਦੀਆਂ ਸਾਰੀਆਂ ਪੰਚਾਇਤਾਂ ਨੂੰ ਚੁਣੇ ਹੋਏ ਪ੍ਰਤੀਨਿਧੀਆਂ ਦੇ ਕਾਰਜਕਾਲ ਦੀ ਸਮਾਪਤੀ ਤੋਂ ਪਹਿਲਾਂ ਗਲਤ ਤਰੀਕੇ ਨਾਲ ਭੰਗ ਕਰ ਦਿੱਤਾ ਗਿਆ। ਪਟੀਸ਼ਨਰਾਂ ਨੇ ਜਨਵਰੀ 2019 ਵਿੱਚ ਸਰਪੰਚ ਦੀ ਚੋਣ ਜਿੱਤ ਕੇ ਕਾਰਜਕਾਲ ਸੰਭਾਲਿਆ ਸੀ। ਉਹਨਾਂ ਦਾ ਕਾਰਜਕਾਲ ਜਨਵਰੀ 2024 ਤੱਕ ਹੈ, ਪਰ ਰਾਜ ਸਰਕਾਰ ਨੇ 31 ਦਸੰਬਰ ਤੱਕ ਪੰਚਾਇਤਾਂ ਦੀਆਂ ਚੋਣਾਂ ਕਰਵਾਉਣ ਦਾ ਫੈਸਲਾ ਲਿਆ ਹੈ। ਇਹ ਸਨ ਅੱਜ ਦੇ ਮੁੱਖ ਸਮਾਚਾਰ। ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ।